ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਨਿਊਜ਼ੀਲੈਂਡ ਤੋਂ। ਮੈਂ ਹਾਂ ਤੁਹਾਡਾ ਹੋਸਟ ਹਰਮੀਤ ਸਿੰਘ। ਨਿਊਜ਼ੀਲੈਂਡ ਦੇ ਵਿੱਚ ਲੋਕਲ ਬੋਰਡ ਇਲੈਕਸ਼ਨਸ ਦਾ ਜਿਹੜਾ ਬਿਗਲ ਵੱਜ ਚੁੱਕਿਆ ਹੈ ਤੇ ਵੱਖ-ਵੱਖ ਸਬਰਬਸ ਤੋਂ ਵੱਖ-ਵੱਖ ਬੋਰਡਸ ਤੋਂ ਬਹੁਤ ਸਾਰੇ ਪੰਜਾਬੀ ਕੈਂਡੀਡੇਟ ਵੀ ਜਿਹੜੇ ਇਸ ਵਾਰ ਲੋਕਲ ਬੋਰਡ ਇਲੈਕਸ਼ਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਸਾਰੇ ਪੰਜਾਬੀ ਕੈਂਡੀਡੇਟਸ ਨੂੰ ਤੁਹਾਡੇ ਰੂਬਰੂ ਵੀ ਕਰਵਾਇਆ ਜਾਵੇ ਤੇ ਉਹਨਾਂ ਨੂੰ ਜਾਣਦੇ ਚੱਲਾਂਗੇ ਕਿ ਲੋਕਲ ਬੋਰਡ ਇਲੈਕਸ਼ਨਸ ਕੀ ਨੇ ਤੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਕਿੰਨੀ ਕੁ ਜ਼ਰੂਰੀ ਹੈ ਤੇ ਇਹ ਪੰਜਾਬੀ ਕਮਿਊਨਿਟੀ ਲਈ ਖਾਸ ਤੌਰ ਤੇ ਕੀ ਕੁਝ ਨਵਾਂ ਲੈ ਕੇ ਆ ਸਕਦੀ ਹੈ। ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਕ੍ਰਿਤਿਕਾ ਸਲੈਚ ਮੌਜੂਦ ਨੇ। ਕ੍ਰਿਤਿਕਾ 18 ਸਾਲ ਦੀ ਉਮਰ ਦੇ ਨੇ ਤੇ ਇਹ ਪਾਪਾਕੁਰਾ ਲੋਕਲ ਬੋਰਡ ਤੋਂ ਇਲੈਕਸ਼ਨ ਲੜ ਰਹੇ ਨੇ। ਕਿਉਂ ਲੜ ਰਹੇ ਨੇ, ਕੀ ਵਿਜ਼ਨ ਦੇ ਨਾਲ ਲੜ ਰਹੇ ਨੇ, ਇਹ ਆਪਾਂ ਗੱਲਬਾਤ ਕਰਾਂਗੇ। ਕ੍ਰਿਤਿਕਾ, ਤੁਹਾਡਾ ਸਵਾਗਤ ਹੈ ਜਗਬਾਣੀ ਤੇ। ਸਤਿ ਸ਼੍ਰੀ ਅਕਾਲ ਸਾਰੇ ਜਗਬਾਣੀ ਦੇ ਦਰਸ਼ਕਾਂ ਨੂੰ। ਮੇਰਾ ਨਾਮ ਕ੍ਰਿਤਿਕਾ ਸਲੈਚ ਹੈ ਤੇ ਮੈਂ ਇਸ ਸਾਲ ਇੰਡੀਪੈਂਡੈਂਟ ਕੈਂਡੀਡੇਟ ਲੜਦੀ ਪਈ ਹਾਂ ਪਾਪਾਕੁਰਾ ਲੋਕਲ ਬੋਰਡ ਦੇ ਇਲੈਕਸ਼ਨਸ ਲਈ। ਸੋ ਕ੍ਰਿਤਿਕਾ, ਜਿੱਦਾਂ ਮੈਂ ਜ਼ਿਕਰ ਕੀਤਾ, ਹਾਲਾਂਕਿ ਕੁੜੀਆਂ ਦੀ ਉਮਰ ਦਾ ਜ਼ਿਕਰ ਨਹੀਂ ਕਰਿਆ ਕਰਦੇ, ਪਰ ਬੜੀ ਮਾਣ ਵਾਲੀ ਗੱਲ ਇਹ ਹੈ ਕਿ ਜਸਟ 18 ਇਅਰਸ ਆਫ ਏਜ ਆ ਤੁਹਾਡੀ, ਸਿਰਫ 18 ਸਾਲ ਦੇ ਹੋ ਤੇ ਤੁਸੀਂ ਇਲੈਕਸ਼ਨ ਵਿੱਚ ਕੁੱਦ ਪਏ ਹੋ। ਸੋ ਇਹ ਜਜ਼ਬਾ ਜਿਹੜਾ ਆ ਇਲੈਕਸ਼ਨ ਲੜਨ ਦਾ ਕਿੱਥੋਂ ਆਇਆ ਤੁਹਾਡੇ 'ਚ? ਸੋ ਪਿਛਲੇ 5 ਸਾਲਾਂ ਤੋਂ ਮੈਂ ਪਾਪਾਕੁਰਾ ਯੂਥ ਕਾਉਂਸਲ ਦੀ ਚੇਅਰਪਰਸਨ ਹਾਂ। ਉਹਦੇ ਵਿੱਚ ਮੈਂ ਲੋਕਲ ਬੋਰਡ ਦੇ ਨਾਲ ਕੰਮ ਕਰਦੀ ਪਈ ਹਾਂ, ਉਹਨਾਂ ਦੇ ਕੰਸਲਟੇਸ਼ਨਸ ਤੇ ਸਬਮਿਸ਼ਨਸ ਤੇ ਆਕਲੈਂਡ ਕਾਉਂਸਲ ਬਜਟ ਪਲਾਨਸ ਦੇ ਉੱਪਰ। ਸੋ ਮੇਰਾ ਇੱਕ ਐਕਸਪੀਰੀਅੰਸ ਬਣ ਚੁੱਕਾ ਹੋਇਆ ਲੋਕਲ ਬੋਰਡ ਦੇ ਨਾਲ ਕੰਮ ਕਰਨ ਨਾਲ। ਹੁਣ ਇੱਕ ਚੀਜ਼ ਆ ਕਿ ਇੱਕ ਯੰਗ ਆਵਾਜ਼ ਹੋਣੀ ਜ਼ਰੂਰੀ ਹੈ, ਬਿਕਾਜ਼ ਜਿਹੜੇ ਡਿਸੀਜਨਸ ਲੋਕਲ ਬੋਰਡ ਦੇ ਟੇਬਲ ਤੇ ਬਣਦੇ ਆ ਨਾ, ਉਹ 5 ਸਾਲ 10 ਸਾਲਾਂ ਲਈ ਬਣਦੇ ਆ। ਸੋ ਇੱਕ ਯੰਗ ਆਵਾਜ਼ ਹੋਣੀ ਜ਼ਰੂਰੀ ਹੈ ਕਿ ਆਪਾਂ ਮੇਕ ਸ਼ੋਰ ਕਰ ਸਕੀਏ ਕਿ ਜਿਹੜੇ ਡਿਸੀਜਨਸ ਬਣਦੇ ਪਏ ਆ ਕਿ ਉਹ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਕਿੱਦਾਂ ਇਫੈਕਟ ਕਰੋਗੇ। ਸੋ ਉਹਦੇ ਵਿੱਚ ਮੇਰਾ ਪੈਸ਼ਨ ਸੀਗਾ ਕਿ ਮੈਂ ਇਸ ਸਾਲ ਇਲੈਕਸ਼ਨ ਲੜਾਂ ਤੇ ਮੈਂ ਇੱਕ ਆਵਾਜ਼ ਨੂੰ ਅੱਗੇ ਲੈ ਕੇ ਆਵਾਂ ਤੇ ਸਪੈਸ਼ਲੀ ਪਹਿਲੀ ਵਾਰੀ ਇੱਕ ਪੰਜਾਬੀ ਆਵਾਜ਼ ਵੀ ਟੇਬਲ ਤੇ ਹੋਣੀ ਬਹੁਤ ਜ਼ਰੂਰੀ ਆ। ਅੱਛਾ, ਤੁਸੀਂ ਪਾਪਾਕੁਰਾ ਲੋਕਲ ਬੋਰਡ ਤੋਂ ਆ ਰਹੇ ਹੋ, ਇਲੈਕਸ਼ਨ ਲੜ ਰਹੇ ਹੋ। ਇਫ ਆਈ ਐਮ ਨਾਟ ਰੋਂਗ, ਪਾਪਾਕੁਰਾ ਇੱਕ ਇਦਾਂ ਸਬਰਬ ਆ ਜਿੱਥੇ ਪੰਜਾਬੀ ਜਿਹੜੇ ਨੇ, ਇੰਡੀਅਨ ਜਿਹੜੇ ਨੇ, ਬਹੁਤ ਦੇਰ ਤੋਂ ਆ ਕੇ ਵਸੇ ਹੋਏ ਨੇ। ਇਫ ਆਈ ਐਮ ਨਾਟ ਰੋਂਗ, ਪਿਛਲੇ 25-30 ਸਾਲ ਤੋਂ ਸਾਡੀ ਪੰਜਾਬੀ ਵਸੋਂ ਇਸ ਪਾਪਾਕੁਰਾ ਸਬਰਬ ਦੇ ਵਿੱਚ, ਬੋਰਡ ਦੇ ਵਿੱਚ ਹੈਗੀ ਆ। ਪਰ ਇਦਾਂ ਕਦੇ ਹੋਇਆ ਨਹੀਂ ਕਿ ਇੰਨੇ ਸਾਲਾਂ ਦੇ ਵਿੱਚੋਂ ਕੋਈ ਵੀ ਇੰਡੀਅਨ ਜਾਂ ਮੈਂ ਕਹਾਂ ਪੰਜਾਬੀ ਜਿਹੜਾ ਆ ਉਹ ਇਲੈਕਸ਼ਨ ਵਿੱਚ ਆਇਆ ਹੋਵੇ। ਤੇ ਉਸ ਤੋਂ ਦੂਸਰੀ ਗੱਲ ਇਹ ਹੈ ਕਿ ਜੇਕਰ ਅਸੀਂ ਪਾਪਾਕੁਰਾ ਨੂੰ ਆਪਾਂ ਗੱਲ ਕਰਦੇ ਹਾਂ, ਸਾਊਥ ਆਕਲੈਂਡ ਦਾ ਇਹ ਜਿਹੜਾ ਇਲਾਕਾ ਆ, ਕੁਝ ਕਾਰਨਾਂ ਕਰਕੇ ਆਪਾਂ ਕਹਿ ਲਈਏ ਸ਼ਾਇਦ ਥੋੜੀ ਵਾਇਲੈਂਸ ਆਪਾਂ ਕਹਿ ਸਕਦੇ ਜ਼ਿਆਦਾ ਆ। ਇਸ ਸਬਰਬ ਦਾ, ਇਸ ਬੋਰਡ ਦਾ ਉਹਨਾਂ ਨਾਮ ਜਿਹੜਾ ਅੱਛਾ ਨਹੀਂ ਰਿਹਾ, ਰੈਦਰ ਦੈਨ ਕਿ ਜਿਹੜੇ ਹੁਣ ਪੰਜਾਬੀ ਨੇ, ਜਿਹੜੇ ਇੰਡੀਅਨਸ ਨੇ, ਉਹ ਹੋਰ ਸਬਰਬਸ ਨੂੰ ਮਾਈਗ੍ਰੇਟ ਕਰ ਰਹੇ ਨੇ। ਤੁਹਾਡੇ ਲਈ ਕਿੰਨੇ ਚੈਲੰਜਸ ਰਹਿਣਗੇ ਜਦੋਂ ਤੁਸੀਂ ਰਿਪਰੈਜ਼ੈਂਟ ਕਰੋਗੇ ਪਾਪਾਕੁਰਾ ਨੂੰ, ਖਾਸ ਤੌਰ ਤੇ ਪੰਜਾਬੀ ਐਂਡ ਇੰਡੀਅਨ ਕਮਿਊਨਿਟੀ ਨੂੰ? ਹਾਂਜੀ, ਸੋ ਜਿਹੜੀ ਪੰਜਾਬੀ ਤੇ ਇੰਡੀਅਨ ਕਮਿਊਨਿਟੀ, ਐਜ਼ ਯੂ ਸੈਡ, ਯੂ ਆਰ ਰਾਈਟ, ਬਹੁਤ ਹੀ ਜ਼ਿਆਦਾ ਸਾਲਾਂ ਤੋਂ ਇੱਥੇ ਵਸਦੀ ਪਈ ਹੈ। ਮੈਂ ਸੈਕੰਡ ਜਨਰੇਸ਼ਨ ਆ। ਸੋ ਮੇਰੇ ਪੇਰੈਂਟਸ 22 ਸਾਲ ਪਹਿਲੇ ਆਏ ਸੀਗੇ ਪੰਜਾਬ ਤੋਂ ਤੇ ਆਪਾਂ ਸ਼ੁਰੂ ਤੋਂ ਪਾਪਾਕੁਰਾ ਦੇ ਵਿੱਚ ਹੀ ਰਹਿੰਦੇ ਆ। ਸੋ ਆਈ ਥਿੰਕ ਇੱਕ ਗੱਲਾਂ ਨਾਲੋਂ ਮੇਰਾ ਜਿਹੜਾ ਕਮਿਊਨਿਟੀ ਦਾ ਰਿਸਪੌਂਸ ਹੈ ਕਿ ਸਾਡੀ ਇੱਕ ਸੈਕੰਡ ਜਨਰੇਸ਼ਨ ਖੜਦੀ ਪਈ ਹੈ, ਬਿਕਾਜ਼ ਜੌਬਸ, ਬਿਜ਼ਨੈਸਿਸ, ਉਹ ਤਾਂ ਇੱਕ ਪਾਥਵੇ ਹੈਗਾ ਆ, ਬਟ ਪੋਲਿਟਿਕਸ ਦੇ ਵਿੱਚ ਸਾਡੇ ਬੰਦੇ ਇਨਵੋਲਵ ਤਾਂ ਹੈਗੇ ਆ, ਬਟ ਡਿਸੀਜਨ ਟੇਬਲ ਤੇ ਨਹੀਂ ਕੋਈ ਹੈਗਾ। ਸੋ ਤਾਂ ਹੀ ਮੈਨੂੰ ਇੱਕ ਮੋਟੀਵੇਸ਼ਨ ਸੀ ਕਿ ਸਾਡੇ ਇੱਕ ਡਿਸੀਜਨ ਟੇਬਲ ਤੇ ਬੰਦਾ ਹੋਣਾ ਜ਼ਰੂਰੀ ਆ। ਤੇ ਇੱਕ ਤਰ੍ਹਾਂ ਨਾਲੋਂ ਚੈਲੰਜਸ ਵੀ ਬਹੁਤ ਹੈ। ਜਦੋਂ ਮੈਂ ਲੜਨ ਦਾ ਡਿਸੀਜਨ ਬਣਾਇਆ ਇਲੈਕਸ਼ਨ ਦਾ, ਮੈਂ ਨਾ ਇੱਕ ਵਾਰੀ ਕਮਿਊਨਿਟੀ ਦੇ ਵਿੱਚ ਬੈਠੀ ਸੀ ਹਨਾ, ਤੇ ਮੇਰੇ ਨਾਲ ਇੱਕ ਲੇਡੀ ਬੈਠੀ ਸੀ ਤੇ ਉਹ ਮੇਰੇ ਨਾਲ ਗੱਲ ਕਰਦੀ ਪਈ ਸੀ ਕਿ ਪਾਪਾਕੁਰਾ ਪਹਿਲੇ ਬਹੁਤ ਵਾਈਬ੍ਰੈਂਟ ਹੁੰਦਾ ਸੀ, ਪ੍ਰੋਸਪਰਸ ਹੁੰਦਾ ਸੀਗਾ, ਤੇ ਕਹਿੰਦੀ ਹੁਣ ਜਿਹੜੀ ਕੋਈ ਫਿਊਚਰ ਦਿਸਦਾ ਨਹੀਂ ਇੱਥੇ ਲੋਕਾਂ ਨੂੰ। ਤੇ ਉਹ ਗੱਲ ਮੇਰੇ ਦਿਲ ਨੂੰ ਜਾਂਦੀ ਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਥੇ ਫਿਊਚਰ ਕਿਉਂ ਨਹੀਂ ਦਿਸਦਾ। ਸੋ ਤਾਂ ਹੀ ਮੈਂ ਇੱਕ ਲੜਨ ਦਾ ਇੱਕ ਡਿਸੀਜਨ ਲਿਆ ਕਿ ਮੈਂ ਇੱਕ ਪਾਪਾਕੁਰਾ ਬਿਲਡ ਕਰਨਾ ਚਾਹੁੰਦੀ ਹਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਗਰੋ ਕਰ ਸਕੇ, ਫਲੋਰਿਸ਼ ਕਰ ਸਕੇ ਤੇ ਥਰਾਈਵ ਕਰ ਸਕੇ। ਰਾਈਟ। ਅੱਛਾ, ਇਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੇ ਲੋਕਲ ਬੋਰਡ ਇਲੈਕਸ਼ਨਸ ਨੇ ਉਹਨਾਂ ਦਾ ਕੀ ਫਰਕ ਹੈ ਜਿਹੜੇ ਨੈਸ਼ਨਲ ਇਲੈਕਸ਼ਨਸ ਦਾ? ਕਿਉਂਕਿ ਅਸੀਂ ਨੈਸ਼ਨਲ ਇਲੈਕਸ਼ਨ ਦੇ ਵਿੱਚ ਤਾਂ ਦੇਖਦੇ ਹਾਂ ਕਿ ਜਿਹੜੀ ਸਾਡੀ ਕਮਿਊਨਿਟੀ ਹੈ, ਵਾਈਡਰ ਇੰਡੀਅਨ ਕਮਿਊਨਿਟੀ ਆ, ਬੜੇ ਇਨਵੋਲਵ ਹੁੰਦੀ ਹੈ ਕਿਉਂਕਿ ਦੋ ਮੇਜਰ ਪਾਰਟੀਆਂ ਲੜਦੀਆਂ ਨੇ। ਲੋਕਲ ਬੋਰਡ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ, ਸ਼ਾਇਦ ਮੀਡੀਆ ਉਹਨਾਂ ਤੱਕ ਨਹੀਂ ਪਹੁੰਚ ਪਾਉਂਦਾ ਜਾਂ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚਦੀ। ਲੋਕਲ ਬੋਰਡ ਇਲੈਕਸ਼ਨਸ ਦਾ ਉਹਨਾਂ ਜਿਹੜਾ ਕਿ ਲੋਕਾਂ ਤੱਕ ਆਵਾਜ਼ ਨਹੀਂ ਪਹੁੰਚਦੀ ਐਂਡ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਹੋ ਕੇ ਹਟ ਗਈਆਂ। ਰਾਈਟ। ਸੋ ਲੋਕਲ ਬੋਰਡ ਦਾ ਫਰਕ ਕੀ ਹੈ ਨੈਸ਼ਨਲ ਪੋਲਿਟਿਕਸ ਦੇ ਨਾਲ? ਹਾਂਜੀ, ਸੋ ਜਿਹੜਾ ਲੋਕਲ ਬੋਰਡ ਆ, ਸੋ ਬੇਸਿਕਲੀ ਮੈਂ ਜਿਹੜਾ ਇਲੈਕਸ਼ਨ ਲੜਦੀ ਪਈ ਆ ਉਹ ਆਕਲੈਂਡ ਕਾਉਂਸਲ ਦੀ ਗਵਰਨਿੰਗ ਬੋਡੀ ਦੀ ਆ। ਸੋ ਇੱਕ ਮੇਅਰ ਚੂਜ਼ ਹੁੰਦਾ ਆ ਤੇ ਪਾਪਾਕੁਰਾ ਲਈ ਤੁਸੀਂ 2 ਕਾਉਂਸਲਰਸ ਨੂੰ ਚੂਜ਼ ਕਰਦੇ ਆ ਤੇ ਉਹਦੇ ਥੱਲੇ ਆਉਂਦੇ ਆ 6 ਲੋਕਲ ਬੋਰਡ ਦੇ ਮੈਂਬਰ। ਉਹ 6 ਲੋਕਲ ਬੋਰਡ ਦੇ ਮੈਂਬਰਸ ਡਿਸੀਜਨਸ ਬਣਾਉਂਦੇ ਆ ਤੁਹਾਡੀ ਕਮਿਊਨਿਟੀ ਫੈਸਿਲਿਟੀਜ਼ ਤੇ, ਪਾਰਕਸ, ਜਿਹੜਾ ਲੋਕਲ ਇਨਫਰਾਸਟ੍ਰਕਚਰ ਹੋ ਗਿਆ, ਲਾਇਬ੍ਰੇਰੀਜ਼, ਸਟਰੀਟਸ, ਰੋਡਸ, ਜਿਹੜੇ ਆਪਾਂ ਇਵੈਂਟਸ ਹੋਲਡ ਕਰਦੇ ਕਮਿਊਨਿਟੀ ਦੇ ਵਿੱਚ, ਸਾਡੇ ਰਬਿਸ਼ ਕਲੈਕਸ਼ਨਸ ਤੇ ਸਾਰੀਆਂ ਚੀਜ਼ਾਂ ਜਿਹੜੀ ਸਾਨੂੰ ਐਕਚੁਅਲੀ ਐਵਰੀ ਡੇ ਤੇ ਇੰਪੈਕਟ ਕਰਦੀਆਂ ਨਾ, ਉਹ ਡਿਸੀਜਨ ਸਾਡਾ ਲੋਕਲ ਬੋਰਡ ਬਣਾਉਂਦਾ ਆ। ਅੱਛਾ, ਤੇ ਤੁਸੀਂ ਹੁਣ ਪਿਛਲੇ ਕਈ ਦਿਨਾਂ ਤੋਂ ਆਪਣੀ ਕੈਂਪੇਨ ਵੀ ਚਲਾ ਰਹੇ ਹੋ।
ਪਾਪਾਕੁਰਾ ਲੋਕਲ ਬੋਰਡ ਦੀਆਂ ਕੀ ਚੈਲੰਜਸ ਨੇ, ਉੱਥੋਂ ਦੇ ਵਸਣ ਵਾਲੇ ਲੋਕਾਂ ਦੀਆਂ ਕੀ ਚੈਲੰਜਸ ਨੇ, ਤੇ ਉਹ ਕਿਸ ਤਰੀਕੇ ਨਾਲ ਹਾਲ ਤੁਸੀਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ 'ਚ ਜੇਕਰ ਤੁਸੀਂ ਬੋਰਡ ਤੇ ਆਉਣੇ ਹੋ, ਔਨ ਬੋਰਡ ਆਉਣੇ ਹੋ ਤਾਂ ਕਰ ਸਕਦੇ ਹੋ? ਸੋ ਜਿਹੜਾ ਮੇਰਾ ਵਿਜ਼ਨ ਹੈ ਪਾਪਾਕੁਰਾ ਲਈ, ਉਹ 3 ਪਿਲਰਸ ਤੋਂ ਬਣਿਆ ਆ ਕਿ Okay. ਪਾਪਾਕੁਰਾ ਇੱਕ ਟਾਊਨ ਹੋਵੇ ਜਿਹੜਾ ਕਨੈਕਟਡ ਹੋਵੇ, ਸਸਟੇਨੇਬਲ ਹੋਵੇ ਤੇ ਸੁਰੱਖਿਅਤ ਹੋਵੇ। ਸੋ ਉਹ ਵਿਜ਼ਨ ਮੈਂ ਤਾਂ ਬਣਾਇਆ ਬਿਕਾਜ਼ ਜਦੋਂ ਆਪਾਂ ਕਨੈਕਟਡਨੈਸ ਦੀ ਗੱਲ ਕਰਦੇ ਆ, ਆਪਾਂ ਇੱਕ ਤਰ੍ਹਾਂ ਨਾਲ ਉਹ ਜਿਹੜੀ ਸਾਡੀ ਪਬਲਿਕ ਟਰਾਂਸਪੋਰਟ ਦੇ ਲਿੰਕਸ, ਕਿ ਸਾਡੇ ਨਿਆਣੇ ਜਿਹੜੇ ਪਾਪਾਕੁਰਾ ਤੋਂ ਆਕਲੈਂਡ ਸਿਟੀ ਜਾਂਦੇ ਆ ਪੜ੍ਹਨ ਨੂੰ, ਉਹਨਾਂ ਦੀ ਕਮਿਊਟ ਕਿੱਦਾਂ ਜਾਂਦੀ ਆ, ਜਾਂ Okay. ਸਾਡੇ ਮੈਨੂਰੇਵਾ ਤੇ ਫਰੈਂਕਲਿਨ ਨਾਲ ਕਿਹੜੇ ਲਿੰਕਸ ਆ ਬਿਕਾਜ਼ ਪਾਪਾਕੁਰਾ ਮਿਡਲ 'ਚ ਪੈਂਦਾ ਆ। ਤੇ ਇੱਕ ਤਰ੍ਹਾਂ ਨਾਲ ਉਹ ਇੱਕ ਇਹ ਵੀ ਕਨੈਕਟਡਨੈਸ ਆ ਕਿ ਆਪਾਂ ਦੂਜੇ ਕਲਚਰਸ ਨਾਲ ਕਿੰਨਾ ਇੰਟਰੈਕਟ ਕਰਦੇ ਆ। ਮੈਂ ਬਹੁਤ ਇੱਕ ਦਿਨ ਦੇਖਣਾ ਚਾਹੂੰਗੀ ਕਿ ਸਾਡੇ ਕਲਚਰਲ ਇਵੈਂਟਸ ਹੋਵੇ ਪਾਪਾਕੁਰਾ ਦੇ ਵਿੱਚ, ਪਾਪਾਕੁਰਾ ਦੇ ਵਿੱਚ ਦੀਵਾਲੀ ਮਨਾਈ ਜਾਵੇ। ਤੇ ਜਦੋਂ ਆਪਾਂ ਹੁਣ ਸਸਟੇਨੇਬਿਲਿਟੀ ਦੀ ਗੱਲ ਕਰਦੇ ਆ, ਹੁਣ ਸਸਟੇਨੇਬਿਲਿਟੀ ਤਾਂ ਸਾਰਿਆਂ ਨੂੰ ਪਤਾ, ਕਲਾਈਮੇਟ ਚੇਂਜ ਇੱਕ ਬਹੁਤ ਹੀ ਵੱਡਾ ਇਸ਼ੂ ਹੈ ਜਿਹੜਾ ਸਾਨੂੰ ਲੋਕਲ ਲੈਵਲ ਤੇ ਕੰਬੈਟ ਕਰਨਾ ਬਹੁਤ ਜ਼ਰੂਰੀ ਆ। ਆਪਾਂ ਹਰ ਜਾਣੇ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਚੇਂਜਸ ਲਿਆ ਸਕਦੇ ਹਾਂ ਜਿਹਦੇ ਵਿੱਚ ਆਪਾਂ ਵਾਈਡਰ ਨਿਊਜ਼ੀਲੈਂਡ ਦੀ ਪਿਕਚਰ ਨੂੰ ਕਲਾਈਮੇਟ ਚੇਂਜ ਤੇ ਕੰਬੈਟ ਕਰ ਸਕਦੇ ਹਾਂ। ਸੋ ਉਹ ਵੀ ਇਕਨੋਮਿਕ ਸਸਟੇਨੇਬਿਲਿਟੀ, ਐਨਵਾਇਰਨਮੈਂਟਲ ਸਸਟੇਨੇਬਿਲਿਟੀ ਤੇ ਸੋਸ਼ਲ ਸਸਟੇਨੇਬਿਲਿਟੀ, ਉਹ ਵੀ ਮੈਂ ਦੇਖਣਾ ਚਾਹੁੰਦੀ ਹਾਂ ਪਾਪਾਕੁਰਾ ਦੇ ਵਿੱਚ ਕਿ ਸਾਡੇ ਜਿਹੜੇ ਡਿਸੀਜਨਸ ਆਪਾਂ ਅੱਜ ਬਣਾਉਂਦੇ ਪਏ ਆ ਕਿ ਆਉਣ ਵਾਲੇ 10-20 ਸਾਲਾਂ 'ਚ ਸਾਡੀ ਪਬਲਿਕ ਨੂੰ ਕਿਹੜੇ ਇਫੈਕਟਸ ਪਊਗੇ ਇਹਦੇ। ਤੇ ਸੇਫਟੀ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਸੇਫ ਟਾਊਨ ਹੋਣਾ ਬਹੁਤ ਜ਼ਰੂਰੀ ਆ। ਜਦੋਂ ਲੋਕੀ ਡਿਸੀਜਨਸ ਬਣਾਉਂਦੇ ਆ ਕਿ ਉਹਨਾਂ ਨੇ ਕਿੱਥੇ ਰਹਿਣਾ, ਉਹ ਸਭ ਤੋਂ ਪਹਿਲੇ ਤਾਂ ਆਪਾਂ ਇਹੀ ਚੀਜ਼ ਦੇਖਦੇ ਨਾ ਕਿ ਸਾਡੀ ਸੁਰੱਖਿਅਤ ਕਿੱਥੇ ਆ, ਸਾਡੀ ਫੈਮਿਲੀ ਕਿੱਥੇ ਸੇਫ ਆ। ਸੋ ਉਹ ਚੀਜ਼ ਵੀ ਮੈਂ ਦੇਖਣਾ ਚਾਹੁੰਦੀ ਹਾਂ ਕਿ ਆਪਾਂ ਆਪਣੇ ਯੂਥ ਨੂੰ ਬਹੁਤ ਹੀ ਜ਼ਿਆਦਾ ਡਿਫਰੈਂਟ ਓਪਰਚੁਨਿਟੀਜ਼ ਤੇ ਪਾਥਵੇਜ਼ ਦੇ ਵਿੱਚ ਉਹਨਾਂ ਨੂੰ ਲੈ ਕੇ ਆਈਏ ਕਿ ਉਹਨਾਂ ਨੂੰ ਦੂਜੇ ਰਸਤਿਆਂ 'ਚ ਪੈਣ ਦੀ ਜ਼ਰੂਰਤ ਨਾ ਪਵੇ। ਰਾਈਟ। ਅੱਛਾ, ਬਹੁਤ ਸਾਰੇ ਜਿਹੜੇ ਸਾਡੇ ਇੰਡੀਅਨਸ ਨੇ ਜਾਂ ਪੰਜਾਬੀਜ਼ ਨੇ ਉਹ ਸਮਾਲ ਟੂ ਮੀਡੀਅਮ ਬਿਜ਼ਨੈਸਿਸ ਕਰਦੇ ਨੇ। ਇਸ ਵੇਲੇ ਜੇਕਰ ਬਿਜ਼ਨੈਸਿਸ ਦੀ ਮੈਂ ਗੱਲ ਕਰਾਂ, ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ, ਰੈਮ ਰੇਟਸ ਬਹੁਤ ਹੋ ਰਹੇ ਨੇ। ਉਹ ਮਿਹਨਤ ਕਰਦੇ ਨੇ ਪਰ ਉਹਨਾਂ ਦੀ ਮਿਹਨਤ ਤੇ ਹਮੇਸ਼ਾ ਡਾਕਾ ਪੈਣ ਦਾ ਖਤਰਾ ਬਣਿਆ ਰਹਿੰਦਾ, ਰਾਈਟ। ਸੋ ਬੀਇੰਗ ਤੁਸੀਂ ਪਿਛਲੇ 5 ਸਾਲ ਤੋਂ ਵੀ ਯੂਥ ਚੇਅਰਪਰਸਨ ਹੋ, ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਅਜਿਹਾ ਕੀ ਕੀਤਾ ਆ ਇਸ ਨੂੰ ਟੈਕਲ ਕਰਨ ਦੇ ਲਈ, ਐਂਡ ਅੱਗੇ ਤੁਹਾਡਾ ਵਿਜ਼ਨ ਕੀ ਹੈ ਤਾਂ ਜੋ ਬਿਜ਼ਨੈਸਿਸ ਨੂੰ ਥੋੜੀ ਬਹੁਤ ਇਹ ਰਵੇ ਕਿ ਨਹੀਂ ਯਾਰ ਅਸੀਂ ਜੇ ਇਸ ਸਬਬ ਦੇ ਵਿੱਚ ਆਪਣਾ ਫਿਊਚਰ ਦੇਖਦੇ ਆ, ਸਾਡੇ ਬੱਚਿਆਂ ਦਾ ਫਿਊਚਰ ਦੇਖਦੇ ਆ, ਐਂਡ ਅਸੀਂ ਇੱਥੇ ਰਹਿ ਕੇ ਬਿਜ਼ਨੈਸਿਸ ਕਰਨਾ ਆ, ਸਾਡੇ ਲਈ ਸਾਡਾ ਚੁਣਿਆ ਹੋਇਆ ਨੁਮਾਇੰਦਾ ਕੀ ਕਰ ਸਕਦਾ? ਹਾਂਜੀ, ਸੋ ਜਦੋਂ ਮੈਂ ਆਪਣੇ ਲੋਕਲ ਬਿਜ਼ਨੈਸਿਸ ਨਾਲ ਇੰਟਰੈਕਟ ਕਰਦੀ ਹਾਂ, ਮੇਰੇ ਲਈ ਲੋਕਲ ਬਿਜ਼ਨੈਸਿਸ ਬਹੁਤ ਇੰਪੋਰਟੈਂਟ ਆ। ਲੋਕਲ ਬਿਜ਼ਨੈਸਿਸ ਸਾਡੀ ਲੋਕਲ ਇਕਨੋਮੀ ਦਾ ਬੈਕਬੋਨ ਆ। ਸੋ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਮੈਂ ਆਪਣੀ ਇੱਕ ਡਿਬੇਟ ਨਾਈਟ ਤੇ ਵੀ ਸਪੀਚਸ ਕਰਦੇ ਹਾਂ, ਕੈਂਡੀਡੇਟ ਨਾਈਟਸ ਤੇ, ਮੈਂ ਇੱਕ ਚੀਜ਼ ਕਹੀ ਸੀ ਕਿ ਮੈਂ ਇਦਾਂ ਦੀ ਲੀਡਰ ਹੋਵਾਂਗੀ ਜਿਹੜੀ ਲੋਕਲ ਬਿਜ਼ਨੈਸਿਸ ਦੀ ਆਵਾਜ਼ ਟੇਬਲ ਤੇ ਲੈ ਕੇ ਆਉਂਗੀ। ਜਦੋਂ ਸਾਨੂੰ ਕੁਐਸਚਨਸ ਪੁੱਛੇ ਜਾਂਦੇ ਆ ਕਿ ਲੋਕਲ ਬਿਜ਼ਨੈਸਿਸ ਦੇ ਚੈਲੰਜਸ ਕੀ ਆ, ਮੈਂ ਟਾਕਨੀਨੀ ਵਿਲੇਜ ਗਈ, ਸਾਊਥ ਗੇਟ ਟਾਕਨੀਨੀ ਗਈ, ਪਾਪਾਕੁਰਾ ਬਿਜ਼ਨਸ ਓਨਰਸ ਨਾਲ, ਤੇ ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਤੁਸੀਂ ਮੈਨੂੰ ਦੱਸੋ ਤੁਹਾਡੇ ਚੈਲੰਜਸ ਕੀ ਹੈ। ਤੇ ਉੱਥੇ ਕਾਫੀ ਤਰ੍ਹਾਂ ਦੇ ਥੀਮਸ ਆਏ। ਸਟਾਫਿੰਗ ਦੀ ਇੱਕ ਲੋਕਲ ਸਟਾਫਿੰਗ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਸੇਫਟੀ ਦੀ ਵੀ ਇੱਕ ਬਹੁਤ ਵੱਡੀ ਚੀਜ਼ ਹੈ। ਸੋ ਮੈਂ ਚਾਹੁੰਦੀ ਹਾਂ ਕਿ ਜਿਹੜੀ ਉਹਨਾਂ ਨੂੰ ਜਦੋਂ ਸੇਫਟੀ ਦੀ ਗੱਲ ਹੋਵੇ, ਆਪਾਂ ਲੋਕਲ ਲੈਵਲ ਤੇ ਆਪਾਂ ਸਾਰਾ ਕੁਝ ਨਹੀਂ ਕਰ ਸਕਦੇ, ਬਟ देयर आर ਸਟੈਪਸ ਦੈਟ ਆਪਾਂ ਕਰ ਸਕਦੇ ਹਾਂ। ਸੋ ਸੱਚ ਐਜ਼ ਆਪਾਂ CCTV ਸਰਵੇਲੈਂਸ ਕਰ ਸਕਦੇ ਹਾਂ, ਸਟਰੀਟ ਲਾਈਟਸ। ਤੇ ਇੱਕ ਹੋਰ ਚੀਜ਼ ਮੈਂ ਸੋਚੀ ਸੀ ਕਿ ਜਿਹੜੇ ਸਾਡੀ ਕਮਿਊਨਿਟੀ ਪੈਟਰੋਲ ਆਫਿਸਰਸ ਆ ਨਾ, ਪੁਲਿਸ ਆਫਿਸਰਸ ਵੀ, ਉਹਨਾਂ ਦੀ ਵੀ ਵਿਜ਼ਿਬਿਲਿਟੀ ਇੱਕ ਤਰ੍ਹਾਂ ਨਾਲ ਉਹ ਕਮਿਊਨਿਟੀ ਦੇ ਵਿੱਚ ਵਧਾਈ ਜਾ ਸਕਦੀ ਆ। ਬਿਕਾਜ਼ ਮੈਂ ਪਿਛਲੇ 4-5 ਸਾਲਾਂ ਤੋਂ ਪਾਪਾਕੁਰਾ ਪੁਲਿਸ ਦੇ ਨਾਲ ਕੰਮ ਕਰਦੀ ਹਾਂ, ਜਿਹੜੀ ਕਮਿਊਨਿਟੀ ਆਫਿਸਰਸ ਆ, ਤੇ ਉਹਨਾਂ ਦਾ ਇੱਕ ਏਜੰਡਾ ਸੀਗਾ ਕਿ ਉਹਨਾਂ ਨੇ ਆਪਣੀ ਵਿਜ਼ਿਬਿਲਿਟੀ ਜ਼ਿਆਦਾ ਦਿਖਾਉਣੀ ਆ ਕਮਿਊਨਿਟੀ ਦੇ ਵਿੱਚ। ਸੋ ਉਹਨਾਂ ਨੇ ਵੀ ਸ਼ੁਰੂ ਕਰ ਲਿਆ ਕਿ ਜਿਹੜੇ ਸ਼ਾਪਿੰਗ ਸੈਂਟਰਸ ਆ ਨਾ, ਉਹਨਾਂ ਵਿੱਚ ਜਦੋਂ ਪੌਪ-ਅਪਸ ਦੀ ਟਰੱਕ ਲਾਉਂਦੇ ਆ, ਉਹਦੇ ਵਿੱਚ ਕਮਿਊਨਿਟੀ ਉਹਨਾਂ ਨਾਲ ਗੱਲ ਕਰ ਸਕਦੇ ਆ। ਤੇ ਇੱਕ ਤਰ੍ਹਾਂ ਨਾਲ ਜਦੋਂ ਤੁਸੀਂ ਉਸ ਸੁਰੱਖਿਅਤ ਵਾਲੀ ਸਾਈਡ ਦੇਖਦੇ ਆ ਨਾ, ਤੁਹਾਡੇ ਦਿਲ ਨੂੰ ਥੋੜਾ ਜਿਹਾ ਈਜ਼ ਹੋ ਜਾਂਦਾ ਕਿ ਹਾਂ ਸਾਡੀ ਕਮਿਊਨਿਟੀ ਸੁਰੱਖਿਅਤ ਹੈਗੀ ਆ। ਰਾਈਟ। ਅੱਛਾ, ਮੈਨੂੰ ਇਹ ਦੱਸੋ ਕਿ ਲੋਕਲ ਬੋਰਡ ਦੇ ਦਾਇਰੇ ਦੇ ਵਿੱਚ ਕਿਹੜੇ ਕੁਝ ਵੱਡੇ ਜਿਹੜੇ ਇਦਾਂ ਦੇ ਡਿਸੀਜਨਸ ਹੁੰਦੇ ਆ ਜਿਹੜੇ ਕਿ ਅਫੈਕਟ ਕਰਦੇ ਨੇ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ? ਅਸੀਂ ਗੱਲ ਕਰਦੇ ਹਾਂ, ਚਲੋ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਰੈਮ ਰੇਟਸ ਦੀ, ਪੁਲਿਸਿੰਗ ਦੀ, ਇਹ ਲੋਕਲ ਬੋਰਡ ਦਾ ਆਈ ਥਿੰਕ ਘੇਰੇ 'ਚ ਨਹੀਂ ਆਉਂਦਾ ਡਿਸੀਜਨ ਮੇਕਿੰਗ 'ਚ ਨਾ। ਜੇਕਰ ਅਸੀਂ ਗੱਲ ਕਰਦੇ ਹਾਂ ਕਿ ਜ਼ਿਆਦਾ ਸਿਕਿਉਰਿਟੀ ਚਾਹੀਦੀ ਆ, ਇਹ ਵੀ ਘੇਰੇ 'ਚ ਨਹੀਂ ਆਉਂਦਾ। ਜੇ ਮਹਿੰਗਾਈ ਵੱਧ ਰਹੀ ਹੈ, ਰਾਈਟ, ਉਹ ਲੋਕਲ ਬੋਰਡ ਦੇ ਘੇਰੇ 'ਚ ਨਹੀਂ ਆਉਂਦਾਗਾ। ਸੋ ਉਹ ਨੈਸ਼ਨਲ ਪੋਲਿਟਿਕਸ ਨੂੰ, ਸੈਂਟਰਲ ਗਵਰਨਮੈਂਟ ਨੂੰ ਹੈਂਡਲ ਕਰਦੀ ਹੈ। ਸੋ ਲੋਕਲ ਬੋਰਡ ਤੋਂ ਲੋਕਾਂ ਨੂੰ ਕੀ ਅਸਰ ਹੈ? ਸੋ ਜਿਹੜੇ ਹੁਣ ਤੁਸੀਂ ਡਿਸੀਜਨ ਬਣਾਉਂਦੇ ਹੋ ਨਾ ਕਿ ਤੁਹਾਡੀ ਜਿਹੜੀ ਸਟਰੀਟ ਦੇ ਵਿੱਚ ਸਰਵੇਲੈਂਸ ਹੋਵੇ, ਜਾਂ ਤੁਹਾਡੀ ਜਦੋਂ ਤੁਸੀਂ ਸਟਰੀਟ ਤੇ ਤੁਰਦੇ ਆ, ਤੁਹਾਡੀ ਸਟਰੀਟ ਦੇ ਵਿੱਚ ਲਾਈਟਾਂ ਹੈਗੀਆਂ ਕਿ ਨਹੀਂ, ਤੁਹਾਡੀ ਜਿਹੜੀ ਪੈਡੈਸਟਰੀਅਨ ਕ੍ਰਾਸਿੰਗਸ ਆ ਐਡੁਕੁਏਟ ਹੈਗੀਆਂ ਕਿ ਨਹੀਂ, ਜਾਂ ਇੱਕ ਤਰ੍ਹਾਂ ਨਾਲ ਜਿਹੜੇ ਸਾਡੇ ਨਿਆਣੇ ਸਕੂਲ ਜਾਂਦੇ ਆ, ਨਿਆਣੇ ਤੁਰ ਕੇ ਵੀ ਜਾਂਦੇ ਆ, ਸਾਈਕਲਿੰਗ ਵੀ ਕਰਕੇ ਜਾਂਦੇ ਆ। ਹੁਣ ਪਾਪਾਕੁਰਾ ਦੇ ਵਿੱਚ ਹੁਣ ਕਾਫੀ ਸਟਰੀਟਸ
ਸਟਰੀਟਸ ਆ ਜਿਹਦੇ ਵਿੱਚ ਨਿਆਣੇ ਜਦੋਂ ਜਾਂਦੇ ਆ ਨਾ ਉਹ ਇੰਨੀਆਂ ਸੇਫ ਨਹੀਂ ਹੈਗੀਆਂ ਸਾਈਕਲਿੰਗਸ ਲਈ, ਸੋ ਪੇਰੈਂਟਸ ਨੂੰ ਉਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਆ। ਸੋ ਉਹ ਚੀਜ਼ਾਂ ਵੀ ਲੋਕਲ ਬੋਰਡ ਐਡਵੋਕੇਟ ਕਰ ਸਕਦਾ ਆ ਅੱਗੇ ਉੱਪਰ ਤੱਕ ਆਕਲੈਂਡ ਕਾਉਂਸਲ ਨੂੰ ਕਿ ਸਾਨੂੰ ਆਹ ਚੀਜ਼ਾਂ ਸਾਡੀ ਕਮਿਊਨਿਟੀ ਦੇ ਵਿੱਚ ਚਾਹੀਦੀਆਂ ਆ। ਐਂਡ ਇਟਸ ਰੀਲੀ ਇੰਪੋਰਟੈਂਟ ਕਿ ਸਾਡੀ ਇੱਕ ਆਵਾਜ਼ ਹੋਵੇ ਉਹ ਲੋਕਲ ਟੇਬਲ ਤੇ, ਬਿਕਾਜ਼ ਹੁਣ ਜਦੋਂ ਤੁਸੀਂ ਰੋਡ ਤੇ ਜਾਂਦੇ ਹਨਾ, ਜਦੋਂ ਤੁਸੀਂ ਰੋਡ ਦੇ ਵਿੱਚ ਪੋਟ ਹੋਲਸ ਦੇਖਦੇ ਆ ਹਨਾ, ਤੇ ਤੁਸੀਂ ਇੱਕ ਤਰ੍ਹਾਂ ਗੱਡੀ ਚਲਾ ਕੇ ਫਿਰ ਬੰਦਾ ਥੋੜਾ ਜਿਹਾ ਹੋ ਜਾਂਦਾ ਕਿ ਕਿਉਂ ਆ ਇੱਥੇ, ਪਰ ਜੇ ਤੁਹਾਨੂੰ ਪਤਾ ਤੁਹਾਡੇ ਲੋਕਲ ਬੋਰਡ ਦੇ ਮੈਂਬਰਸ ਕੌਣ ਆ, ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਆਹ ਚੀਜ਼ ਹੋਣੀ ਜ਼ਰੂਰੀ ਆ। ਸੋ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਆ। ਅੱਛਾ, ਤੁਸੀਂ ਪਿਛਲੇ 5 ਸਾਲ ਦੇ ਵਿੱਚ ਜਿੱਦਾਂ ਕਿ ਤੁਸੀਂ ਯੂਥ ਚੇਅਰਪਰਸਨ ਰਹੇ ਹੋ, ਕਿੰਨੀਆਂ ਤੁਸੀਂ ਦੇਖਦੇ ਹੋ ਕਿ ਲੋਕਲ ਬੋਰਡ ਦੀਆਂ ਰਿਕੁਐਸਟ ਜਿਹੜੀਆਂ ਤੁਹਾਡੇ ਟੇਬਲ ਤੱਕ ਜਾਂ ਫਿਰ ਅੱਗੇ ਲੋਕਲ ਬੋਰਡ ਮੈਂਬਰ ਤੱਕ ਪਹੁੰਚੀਆਂ, ਉਹਨਾਂ 'ਚੋਂ ਕਿੰਨਾ ਕੁ ਹੱਲ ਹੋਈਆਂ, ਕਿੰਨੀਆਂ ਕੁ ਲੋਕਾਂ ਤੱਕ ਉਹ ਐਕਚੁਅਲ ਉਹਦਾ ਐਕਸ਼ਨ ਦੇ ਰੂਪ ਵਿੱਚ ਆਇਆ? ਸੋ ਜਦੋਂ ਪਾਪਾਕੋਰਾ ਯੂਥ ਕਾਉਂਸਲ ਜਿਹੜਾ ਰੋਲ ਆਪਾਂ ਲੋਕਲ ਬੋਰਡ ਦੇ ਨਾਲ ਕੰਮ ਕਰੀਦਾ, ਸੋ ਸਾਨੂੰ ਫੰਡ ਕਰਦੇ ਆ ਕਿ ਆਪਾਂ ਯੂਥ ਇਨੀਸ਼ੀਏਟਿਵਸ ਕਰ ਸਕੀਏ ਕਮਿਊਨਿਟੀ ਦੇ ਵਿੱਚ। ਜਿਹੜੇ ਸਾਡਾ ਲੋਕਲ ਬੋਰਡ ਆ ਉਹਨਾਂ ਨੇ ਯੂਥ ਕਾਉਂਸਲ ਦੇ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਕਾਫੀ ਸਟਰੋਂਗ ਆ, ਬਿਕਾਜ਼ ਆਪਾਂ ਬੇਸਿਕਲੀ ਮੈਂ ਪਲਾਨ ਕਰਦੀ ਹੁੰਦੀ ਆ ਕਿ ਆਪਾਂ ਇਦਾਂ ਦੀਆਂ ਚੀਜ਼ਾਂ ਅੱਗੇ ਲੈ ਕੇ ਆਈਏ। ਲਾਸਟ ਮੰਥ ਆਪਾਂ ਇੱਕ ਇਵੈਂਟ ਕੀਤਾ ਸੀ ਫਾਈਨੈਂਸ਼ੀਅਲ ਲਿਟਰੇਸੀ ਤੇ, ਸੋ ਆਪਾਂ ਜਿਹੜੇ ਟੌਪ ਬਿਜ਼ਨਸ ਪੋਡਕਾਸਟ ਗਰਲਜ਼ ਦੈਟ ਇਨਵੈਸਟ, ਉਹਦੇ ਵਿੱਚ ਵੀ ਸਾਡੀ ਇੱਕ ਪੰਜਾਬੀ ਆ ਸਿਮਰਨ ਕੌਰ, ਉਹਨਾਂ ਨੂੰ ਆਪਾਂ ਸੱਦਿਆ ਸੀਗਾ ਕਿ ਤੁਸੀਂ ਸਾਡੀ ਯੂਥ ਦੇ ਨਾਲ ਗੱਲ ਕਰੋ ਕਿ ਉਹ ਇਨਵੈਸਟ ਕਰ ਸਕਦੇ ਆ, ਫਾਈਨੈਂਸ਼ੀਅਲ ਫਰੀडम ਕਿੱਦਾਂ ਬਣਾਉਣਾ ਆ, ਬਿਕਾਜ਼ ਉਹ ਚੀਜ਼ਾਂ ਤੁਹਾਨੂੰ ਸਕੂਲਸ ਦੇ ਵਿੱਚ ਨਹੀਂ ਸਿੱਖੀਆਂ ਜਾਂਦੀਆਂ। ਸੋ ਉਹ ਚੀਜ਼ਾਂ ਵਿੱਚ ਵੀ ਇਦਾਂ ਦੇ ਇਵੈਂਟਸ ਦੇ ਵਿੱਚ ਵੀ ਲੋਕਲ ਬੋਰਡ ਸਪੋਰਟ ਕਰ ਸਕਦਾ। ਰਾਈਟ। ਅੱਛਾ, ਇੱਕ ਪਿੱਛੇ ਜੇ ਇੱਕ ਬੜਾ ਅਹਿਮ ਮੁੱਦਾ ਇਹ ਵੀ ਰਿਹਾ ਬੀਇੰਗ ਅ ਯੂਥ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ 1-2 ਸਾਲਾਂ ਦੇ ਵਿੱਚ ਜਿਹੜਾ ਯੂਥ ਬੈਨੀਫਿਟ ਤੇ ਆਇਆ ਆ ਉਹਦੇ ਨੰਬਰ ਜਿਹੜੇ ਨੇ ਉਹ ਆਲਮੋਸਟ ਡਬਲ ਹੋ ਗਏ ਨੇ, ਰਾਈਟ? ਤੇ ਇਹ ਬੜਾ ਅਲਾਰਮਿੰਗ ਵਿਸ਼ਾ ਆ ਨਿਊਜ਼ੀਲੈਂਡ ਵਰਗੇ ਮੁਲਕ ਦੇ ਵਿੱਚ, ਜਿੱਥੇ ਅਸੀਂ ਸਾਰੇ ਲੋਕ ਮਿਹਨਤ ਕਰਨ ਨੂੰ ਤਰਜੀਹ ਦਿੰਦੇ ਆ, ਅਸੀਂ ਚਾਹੁੰਦੇ ਆ ਕਿ ਯੂਥ ਵੀ ਜਿਹੜਾ ਆ ਉਹ ਆਵੇ। ਤੇ ਫਿਰ ਇਹਦੇ ਵਿੱਚ ਬੀਇੰਗ ਅ ਯੂਥ ਕੈਂਡੀਡੇਟ ਜਾਂ ਫਿਰ ਬੀਇੰਗ ਅ ਯੂਥ ਕਾਉਂਸਲਰ, ਰਾਈਟ, ਤੁਸੀਂ ਕਿਸ ਤਰੀਕੇ ਦੀ ਪਾਲਿਸੀਜ਼ ਲੈ ਕੇ ਆ ਸਕਦੇ ਹੋ ਕਿ ਨਹੀਂ ਆਪਾਂ ਯੂਥ ਨੂੰ ਮੋਟੀਵੇਟ ਕਰ ਸਕੀਏ ਕਿ ਰੈਦਰ ਬੀਇੰਗ ਸਿਟਿੰਗ ਔਨ ਅ ਬੈਨੀਫਿਟ, ਉਹ ਬਾਹਰ ਜਾ ਕੇ ਕੰਮ ਕਰਨ ਤੇ ਉਹ ਆਪਣੇ ਲਈ ਲਾਈਵਲੀਹੁੱਡ ਕਮਾਉਣ ਤੇ ਐਂਡ ਦੇਸ਼ ਨੂੰ ਖੁਸ਼ਹਾਲ ਕਰਨ? ਹਾਂਜੀ। ਸੋ ਜਦੋਂ ਮੈਂ ਬਿਜ਼ਨੈਸਿਸ ਦੇ ਨਾਲ ਵੀ ਗੱਲਬਾਤ ਕਰਦੀ ਪਈ ਸੀ ਇੱਕ ਤਰ੍ਹਾਂ ਨਾਲ, ਜਦੋਂ ਕੰਮ ਸੋ ਓਪਰਚੁਨਿਟੀਜ਼ ਬਹੁਤ ਆ, ਬਟ ਇਦਾਂ ਨਾ ਯੂਥ ਨੂੰ, ਸਾਰੇ ਯੂਥ ਨੂੰ ਪਤਾ ਨਹੀਂ ਹੈਗਾ ਓਪਰਚੁਨਿਟੀਜ਼ ਕਿਹੜੀਆਂ ਆ। ਸੋ ਮੈਂ ਇੱਕ ਚੀਜ਼ ਕਹੀ ਸੀ ਕਿ ਮੈਂ ਜਿਹੜੇ ਟਰਸ਼ਰੀ ਪ੍ਰੋਵਾਈਡਰਸ ਸਕੂਲਸ ਦੇ ਨਾਲ ਜਿਹੜੇ ਸਾਡੇ ਕਾਲਜ ਦੇ ਇੰਸਟੀਚਿਊਟਸ ਆ ਤੇ ਉਹ ਵਰਕਫੋਰਸ ਪਾਥਵੇਜ਼ ਆ, ਕਿ ਮੈਂ ਉਹਨਾਂ ਦੇ ਨਾਲ ਕੰਮ ਕਰੂੰਗੀ ਤੇ ਆਪਾਂ ਇੱਕ ਤਰ੍ਹਾਂ ਨਾਲ ਉਹ ਸਕੂਲਸ ਦੇ ਨਾਲ ਇੱਕ ਇਦਾਂ ਦਾ ਰਿਲੇਸ਼ਨਸ਼ਿਪ ਬਣਾਈਏ ਕਿ ਸਾਨੂੰ ਪਤਾ ਲੱਗੇ ਕਿ ਜਿਹੜੇ ਸਾਡੀ ਯੂਥ ਆ ਉਹਨਾਂ ਦੀ ਕਿਹੜਾ ਡਾਇਰੈਕਸ਼ਨ ਦੇ ਵਿੱਚ ਉਹਨਾਂ ਦਾ ਹੈਗਾ ਆ ਇੰਟਰਸਟ, ਤੇ ਆਪਾਂ ਉਹਨਾਂ ਨੂੰ ਉਸ ਤਰੀਕੇ ਨਾਲ ਸਪੋਰਟ ਵੀ ਕਰ ਸਕਦੇ ਹਾਂ। ਕਰੰਟਲੀ ਲੋਕਲ ਬੋਰਡ ਗ੍ਰਾਂਟਸ ਵੀ ਦਿੰਦਾ ਆ ਯੂਥ ਨੂੰ, ਸੋ ਜੇ ਤੁਸੀਂ ਇੱਕ ਟ੍ਰੇਡਸ ਕੋਰਸ ਕਰਨਾ ਜਾਂ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨਾ ਜਾਂ ਤੁਸੀਂ ਯੂਨੀਵਰਸਿਟੀ ਵੀ ਜਾਣਾ, ਉਹਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਵੀ ਮਿਲ ਸਕਦੀ ਆ। ਸੋ ਉਹ ਪਾਥਵੇਜ਼ ਬਹੁਤ ਜ਼ਰੂਰੀ ਆ ਕਿ ਆਪਾਂ ਉਹਨਾਂ ਨੂੰ ਪੁਸ਼ ਕਰੀਏ ਕਿ ਬਹੁਤ ਤਰੀਕੇ ਦੇ ਪਾਥਵੇਜ਼ ਆ ਤੇ ਆਪਾਂ ਕਰੀਅਰਸ ਐਕਸਪੋਜ਼ ਲਾਈਏ ਪਾਪਾਕੋਰਾ ਦੇ ਵਿੱਚ, ਸੋ ਲੋਕਾਂ ਨੂੰ ਪਤਾ ਲੱਗੇ ਕਿ ਜੌਬਸ ਬਹੁਤ ਆ ਟ੍ਰੇਡਸ ਦੇ ਵਿੱਚ, ਤੇ ਤੁਸੀਂ ਲੋਕਲ ਬਿਜ਼ਨੈਸਿਸ ਦੇ ਨਾਲ ਵੀ ਕੰਮ ਕਰ ਸਕਦੇ ਆ ਆਪਣੀ ਲੋਕਲ ਕਮਿਊਨਿਟੀ ਨੂੰ ਬੂਸਟ ਕਰਨ ਨੂੰ। ਰਾਈਟ। ਅੱਛਾ, ਲੋਕਲ ਬੋਰਡ, ਪਾਪਾਕੋਰਾ ਲੋਕਲ ਬੋਰਡ ਦੀਆਂ 6 ਸੀਟਸ ਨੇ। ਹਾਂਜੀ। 6 ਕੈਂਡੀਡੇਟਸ ਨੂੰ ਲੋਕਲ ਬੋਰਡ ਦੇ ਮੈਂਬਰ ਬਣਨ ਲਈ ਜਿੱਤਣਾ ਹੀ ਪੈਣਾ ਜਾਂ ਫਿਰ ਨੋਮੀਨੇਟ ਵੀ ਹੋ ਸਕਦੇ ਨੇ, ਜਾਂ ਲਾਈਕ ਨੰਬਰ ਆਫ ਵੋਟਸ ਕਾਊਂਟ ਕਰਦੀਆਂ ਨੇ? ਸੋ ਨੰਬਰ ਆਫ ਵੋਟਸ ਕਾਊਂਟ ਕਰਦੀਆਂ ਨੇ। ਸੋ ਜਦੋਂ VOTING ਪੇਪਰਸ ਆਉਂਦੇ ਆ ਉਹ ਇਦਾਂ ਰੈਂਕ ਕਰਦੇ ਨਾ ਕਿ ਟੌਪ 6 ਲੋਕੀ ਕਿੰਨੀਆਂ ਵੋਟਸ, ਸੋ ਕਿੰਨੀਆਂ ਵੋਟਸ ਨੇ ਲੋਕਲ ਪਾਪਾਕੋਰਾ ਲੋਕਲ ਬੋਰਡ ਦੇ ਵਿੱਚ ਐਂਡ ਕਿੰਨੀਆਂ ਤੁਹਾਨੂੰ ਚਾਹੀਦੀਆਂ ਨੇ ਔਨ ਟੂ ਬੀ ਔਨ ਬੋਰਡ? ਉਹ ਤਾਂ ਡਿਪੈਂਡ ਕਰਦਾ ਹੁਣ ਜਦੋਂ ਨੰਬਰ ਆਫ ਕੈਂਡੀਡੇਟਸ ਤੇ ਵੀ, ਜਦੋਂ ਪਾਸਟ ਹਿਸਟਰੀ ਦੇਖੀ ਜਾਈਏ ਕੋਈ ਲੋਕੀ ਬਹੁਤ ਘੱਟ ਵੋਟਾਂ ਤੇ ਵੀ ਅੰਦਰ ਆਇਆ, ਬਟ ਉਹ VOTING ਦੀ ਟਰਨ ਆਊਟ ਤੇ ਬੇਸ ਹੁੰਦਾ ਆ। ਸੋ ਜਿਹੜੇ ਟੌਪ 6 ਹੋ ਗਏ VOTING ਦੇ ਟਰਨ ਆਊਟ ਦੇ ਉੱਪਰ, ਉਹਨਾਂ ਨੂੰ ਸੀਟ ਮਿਲ ਜਾਂਦੀ ਹੈ। ਸੋ ਕ੍ਰਿਤਿਕਾ, ਜੇਕਰ ਤੁਸੀਂ ਚੁਣ ਕੇ ਆਉਣੇ ਹੋ ਬੀਇੰਗ ਅ ਲੋਕਲ ਬੋਰਡ ਮੈਂਬਰ, ਤੁਹਾਡੇ ਪਹਿਲੇ 5 ਵਿਜ਼ਨ ਕੀ ਨੇ ਪਾਪਾਕੋਰਾ ਦੇ ਲਈ? ਹਾਂਜੀ। ਸੋ ਸਭ ਤੋਂ ਪਹਿਲੇ ਜਦੋਂ ਮੈਂ ਕੋਰ ਚੀਜ਼ਾਂ ਦੇ ਵਿੱਚ ਕੰਮ ਕਰੂੰਗੀ ਜਿਹਦੇ ਵਿੱਚ ਮੈਂ ਆਪਣੀ ਟਾਊਨ ਦੀ ਕਨੈਕਟਡਨੈਸ ਵਧਾ ਸਕਾਂ, ਸਸਟੇਨੇਬਿਲਿਟੀ ਵਧਾ ਸਕਾਂ ਤੇ ਸੇਫਟੀ ਵਧਾ ਸਕਾਂ। ਸੋ ਬਿਕਾਜ਼ ਤੁਸੀਂ ਟੀਮ ਦੇ ਨਾਲ ਕੰਮ ਕਰਦੇ ਆ, ਸੋ ਜਿਹੜੇ 6 ਜਣੇ ਚੁਣੇ ਹੋ ਗਏ, ਮੈਂ ਉਹਨਾਂ ਦੇ ਨਾਲ ਕਮਿਟ ਕਰੂੰਗੀ ਕਿ ਮੈਂ ਜੋ ਵੀ ਡਿਸੀਜਨ ਕਰਾਂ ਪਾਪਾਕੋਰਾ ਦੀ ਬੈਟਰਮੈਂਟ ਲਈ ਉਹ ਡਿਸੀਜਨ ਹੋਊਗਾ। ਸੋ ਜਦੋਂ ਆਪਾਂ 5 ਵਿਜ਼ਨ ਦੀ ਗੱਲ ਕਰਦੇ ਆ, ਉਹ ਵਿਜ਼ਨਸ ਲੋਕਲ ਬੋਰਡ ਸੈੱਟ ਕਰੂਗਾ ਤੇ ਉਹਦੇ ਵਿੱਚ ਜਿਹੜੀ ਮੇਰੀ ਆਵਾਜ਼ ਹੋਗੀ ਉਹ ਮੈਂ ਆਪਣੇ 3 ਵਿਜ਼ਨ ਲੈ ਕੇ ਆਉਂਗੀ ਕਿ ਇੱਕ ਕਨੈਕਟਡਨੈਸ ਦਾ ਵਿਜ਼ਨ ਹੋਵੇ, ਸਸਟੇਨੇਬਿਲਿਟੀ ਦਾ ਵਿਜ਼ਨ ਹੋਵੇ ਤੇ ਸੇਫਟੀ ਦਾ ਵਿਜ਼ਨ ਹੋਵੇ। ਭਾਵੇਂ ਉਹ ਪਲਾਨਸ 5 ਤੇ 10 ਸਾਲਾਂ ਦੇ ਹੋਵੇ, ਇੱਕ ਤਰ੍ਹਾਂ ਨਾਲ ਉਹ ਇੱਕ ਪ੍ਰੋਗਰੈਸ ਹੋਣਾ ਚਾਹੀਦਾ ਆ। ਤੇ ਮੈਂ ਇੱਕ ਤਰ੍ਹਾਂ ਨਾਲ ਉਹ ਪੰਜਾਬੀ ਕਮਿਊਨਿਟੀ ਦਾ ਵੀ ਇੱਕ ਉਹਦੇ ਵਿੱਚ ਲੈ ਕੇ ਆਉਣਾ ਚਾਹੂੰਗੀ। ਮੈਂ ਟਾਕਨੀਨੀ ਗੁਰਦੁਆਰੇ ਜਾਂ ਆਪਣੇ ਲੋਕਲ ਗੁਰਦੁਆਰੇ ਦੇ ਵਿੱਚ ਪ੍ਰੈਜ਼ੈਂਸ ਦਿਖਾਉਂਗੀ ਕਿ ਮੈਂ
ਉਸੇ ਟਾਈਮ ਕਮਿਊਨਿਟੀ ਦੇ ਨਾਲ ਗੱਲ ਕਰਾਂ। ਲੋਕਾਂ ਨੂੰ ਮੇਰੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੋਊਗੀ ਕਿ ਕੁਝ ਇਸ਼ੂ ਦੀ ਗੱਲ ਕਰਨ, ਮੈਂ ਲੋਕਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲ ਕਰੂੰਗੀ। ਰਾਈਟ। ਤੇ ਕ੍ਰਿਤਿਕਾ ਆਪਣੇ ਬੇਸਿਕਲੀ ਜਿੰਨੇ ਵੀ ਲੋਕਲ ਬੋਰਡ ਮੈਂਬਰਸ ਪਹਿਲਾਂ ਵੀ ਖੜਦੇ ਰਹੇ ਨੇ, ਹੁਣ ਵੀ ਖੜ ਰਹੇ ਨੇ, ਉਹਨਾਂ ਦੇ ਇੱਕ ਗਿਲਾ ਰਹਿੰਦਾ ਆ ਕਮਿਊਨਿਟੀ ਨਾਲ ਕਿ ਕਮਿਊਨਿਟੀ ਵੋਟ ਨਹੀਂ ਕਰਨ ਜਾਂਦੀ, ਰਾਈਟ? ਤੁਸੀਂ ਇਹਨੂੰ ਚੇਂਜ ਕਰਨ ਦੇ ਲਈ ਕੀ ਕਰ ਰਹੇ ਹੋ? ਹਾਂਜੀ, ਸੋ as long as at the end of the day support ਸਾਰੇ ਕਰਦੇ, ਪਰ ਤੁਹਾਡੀ ਸਪੋਰਟ ਉਦੋਂ ਦਿਸਦੀ ਹੈ ਜਦੋਂ ਤੁਸੀਂ ਵੋਟ ਪਾਉਂਦੇ ਆ। ਹੁਣ ਪਾਪਾ ਕੋਰਾ ਲੋਕਲ ਬੋਰਡ ਦੇ ਏਰੀਆ ਦੇ ਵਿੱਚ ਪੰਜਾਬੀ ਬਹੁਤ ਵਸਦੇ ਆ, ਤੇ ਹੁਣ ਜੇ ਇਸ ਸਾਲ ਸਾਡੀ ਕਮਿਊਨਿਟੀ 'ਚ ਇੱਕ ਵਾਰੀ ਆਪਣੀ ਏਕਤਾ ਦਿਖਾਊਗੀ, ਇੱਕ ਤਰ੍ਹਾਂ ਨਾਲ ਇਤਿਹਾਸ ਲਿਖਿਆ ਜਾਊਗਾ ਕਿ ਪਹਿਲਾ ਪੰਜਾਬੀ ਬੰਦਾ ਪਾਪਾ ਕੋਰਾ ਲੋਕਲ ਬੋਰਡ ਦੇ ਟੇਬਲ ਤੇ ਬੈਠੂਗਾ। ਇਸ ਸਾਲ ਸੁਪਰੀਮ ਸਿੱਖ ਸੁਸਾਇਟੀ ਨੇ ਤਾਕਨਨੀ ਗੁਰਦੁਆਰੇ ਦੇ ਵਿੱਚ ਇਲੈਕਟਰਲ ਕਮਿਸ਼ਨ ਨੂੰ ਸੱਦਿਆ ਆ। ਹਰ ਸੰਡੇ 11 ਤੋਂ 2 ਵਜੇ ਦੇ ਵਿੱਚ ਲੋਕੀ ਆਪਣੀ ਵੋਟਿੰਗ ਪੇਪਰਸ ਘਰ ਟਿਕ ਕਰਕੇ ਉੱਥੇ ਹੀ ਡ੍ਰੌਪ ਕਰ ਸਕਦੇ ਆ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਫੈਸਿਲਿਟੀ ਬਣਾਈ ਹੈ ਕਿ ਤੁਸੀਂ ਆਪਣੀ ਸੇਫ ਜਗ੍ਹਾ ਤੇ ਜਾ ਕੇ, ਜਿੱਥੇ ਗੁਰੂ ਘਰ ਜਦੋਂ ਤੁਸੀਂ ਜਾਂਦੇ ਆ, ਉੱਥੇ ਆਪਣੀ ਵੋਟ ਡ੍ਰੌਪ ਕਰੋ। ਤੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇਹ ਵੀ ਦੱਸੂਗਾ ਕਿ ਸਾਡੀ ਕਮਿਊਨਿਟੀ ਦੀ ਇੱਕ ਹੈਗੀ ਆ ਸਟਰੋਂਗ ਸਟੈਂਡਿੰਗ, ਬਿਕਾਜ਼ ਜਦ ਤੱਕ ਆਪਾਂ ਦਿਖਾਵਾਂਗੇ ਨਹੀਂ ਕਿ ਸਾਡਾ ਵੋਟਿੰਗ ਡਾਟਾਬੇਸ ਹੈਗਾ ਆ, ਸਾਡੀ ਆਵਾਜ਼ ਅੱਗੇ ਨਹੀਂ ਜਾਊਗੀ। ਰਾਈਟ। ਸੋ ਕ੍ਰਿਤਿਕਾ, ਤੁਹਾਡੇ ਪਰਸਨਲ ਕੁਐਸਚਨ ਪੁੱਛਣਾ ਚਾਹਣਾ ਹੈ, ਤੁਹਾਡੀ ਫੈਮਿਲੀ ਵਿੱਚ ਕੌਣ ਨੇ ਐਂਡ ਤੁਹਾਡਾ ਬੈਕਗ੍ਰਾਉਂਡ ਕੀ ਹੈ ਐਂਡ ਤੁਸੀਂ ਫਿਲਹਾਲ ਕਿਹੜੀ ਸਟੱਡੀ ਕਰ ਰਹੇ ਹੋ? ਸੋ ਮੇਰੀ ਫੈਮਿਲੀ ਦੇ ਵਿੱਚ ਮੇਰੀ ਮੰਮੀ ਤੇ ਡੈਡੀ ਆ, ਸਾਡੀ ਉਹਨਾਂ ਦੀ 3 ਕੁੜੀਆਂ, ਮੇਰੀ 2 ਵੱਡੀਆਂ ਭੈਣਾਂ ਆ, ਮੈਂ ਸਭ ਤੋਂ ਛੋਟੀ ਆ। ਕਰੰਟਲੀ ਮੈਂ ਇੱਕ ਬੈਂਕਿੰਗ ਪ੍ਰੋਫੈਸ਼ਨਲ ਆ ASB ਬੈਂਕ ਦੇ ਨਾਲ। ਮੈਂ ਭੰਗੜਾ ਫਿਟਨੈਸ ਕਲਾਸਿਸ ਵੀ ਚਲਾਉਂਦੀ ਆ ਸਾਡੇ ਲੋਕਲ ਜਿਮ ਦੇ ਵਿੱਚ। ਸੋ ਮੇਰੀ ਜਿਮ ਦੇ ਨਾਲ ਕਾਫੀ ਪਾਰਟਨਰਸ਼ਿਪ ਆ ਫਿਟਨੈਸ ਨੂੰ ਲੈ ਕੇ ਆਉਣ ਨੂੰ। ਪਾਪਾ ਕੋਰਾ ਯੂਥ ਕਾਉਂਸਲ ਦੇ ਵਿੱਚ ਮੈਂ ਕੰਮ ਕਰਦੀ ਆ, ਤੇ ਜਿਹੜੀ ਮੈਂ ਕਾਫੀ ਵੋਲੰਟੀਅਰ ਤੇ ਕਮਿਊਨਿਟੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰਹਿੰਦੀ ਆ। ਹਾਂਜੀ, ਰਾਈਟ। ਸੋ ਜਾਂਦੇ ਸਾਡੇ ਦਰਸ਼ਕਾਂ ਨੂੰ ਖਾਸ ਤੌਰ ਤੇ ਪਾਪਾ ਕੋਰਾ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ? ਹਾਂਜੀ, ਇਸ ਸਾਲ ਤੁਸੀਂ ਆਪਣੀ ਵੋਟ ਨਾ ਗਵਾਓ। ਵੋਟ ਪਾਉਣਾ ਤੁਹਾਡਾ ਇੱਕ ਹੱਕ ਹੈ ਤੇ ਆਪਣਾ ਹੱਕ ਕਦੀ ਗਵਾਈਦਾ ਨਹੀਂ ਹੁੰਦਾ। ਸੋ ਆਪਣੀ ਵੋਟ ਪਾਓ। ਤੁਹਾਡੇ ਘਰ ਜਿਹੜੇ ਪਰਪਲ ਰੰਗ ਦੇ ਐਨਵਲਪ ਆਉਣੇ ਆ, ਉਹਨਾਂ ਦੇ ਉੱਪਰ ਆਕਲੈਂਡ ਕਾਉਂਸਲ ਲਿਖਿਆ ਹੋਣਾ ਆ, ਤੁਸੀਂ ਉਹਨਾਂ ਨੂੰ ਉਸੇ ਟਾਈਮ ਖੋਲਣਾ ਆ। ਆਪਾਂ ਆਪਣੀ ਵੋਟਸ ਫ੍ਰਿਜ ਤੇ ਨਹੀਂ ਰਹਿਣ ਦੇਣੇ, ਆਪਾਂ ਕਿਤੇ ਪਿੱਛੇ ਨੂੰ ਨਹੀਂ ਰੱਖ ਦੇਣੇ, ਆਪਾਂ ਉਸੇ ਟਾਈਮ ਉਹਨਾਂ ਨੂੰ ਖੋਲਣਾ ਆ। ਆਪਾਂ ਇੱਕ ਮੇਅਰ ਨੂੰ ਵੋਟ ਪਾਉਣੀ ਆ, 2 ਕਾਉਂਸਲਰਸ ਨੂੰ ਵੋਟ ਪਾਉਣੀ ਆ, ਤੇ ਆਪਾਂ ਲੋਕਲ ਬੋਰਡ ਦੇ ਮੈਂਬਰਸ ਦੇ ਵਿੱਚ ਆਪਾਂ ਇੱਕ ਸੈਲ 'ਚ ਕ੍ਰਿਤਿਕਾ ਨੂੰ ਟਿਕ ਕਰਨਾ ਆ। ਤੁਸੀਂ ਆਪਣੇ ਨੇੜੇ ਕਾਊਂਟਡਾਊਨ ਦੀ ਸੁਪਰਮਾਰਕੀਟ ਦੇ ਵਿੱਚ ਉਹਨਾਂ ਨੂੰ ਡ੍ਰੌਪ ਕਰ ਸਕਦੇ ਆ, ਤੇ ਟਾਕਨਨੀ ਗੁਰੂ ਘਰ ਜਿੱਦਾਂ ਮੈਂ ਪਹਿਲੇ ਕਿਹਾ ਆ, ਤੇ ਪਲੱਸ ਤੁਸੀਂ ਆਪਣੇ ਸਰਵਿਸ ਸੈਂਟਰਸ ਤੇ ਲਾਇਬ੍ਰੇਰੀ ਵੀ ਡ੍ਰੌਪ ਕਰ ਸਕਦੇ ਆ। ਬਟ ਇਸ ਸਾਲ ਆਪਣੀ ਵੋਟ ਪਾਓ ਤੇ ਆਪਾਂ ਆਪਣਾ ਇੱਕ ਕਮਿਊਨਿਟੀ ਦਾ ਇੱਕ ਸਟਰੈਂਥ ਦਿਖਾਈਏ ਕਿ ਆਪਾਂ ਇੱਕ ਪਾਪਾ ਕੋਰਾ ਲੋਕਲ ਬੋਰਡ ਤੇ ਕ੍ਰਿਤਿਕਾ ਸੈਲਜ ਨੂੰ ਲੈ ਕੇ ਆਈਏ। ਸੋ ਦੋਸਤੋ, ਜੇਕਰ ਤੁਹਾਨੂੰ ਕ੍ਰਿਤਿਕਾ ਹੁਣਾਂ ਦਾ ਵਿਜ਼ਨ ਚੰਗਾ ਲੱਗਿਆ, ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਲਈ ਕੰਮ ਕਰ ਸਕਦੇ ਨੇ, ਜ਼ਰੂਰ ਤੁਸੀਂ ਇਹਨਾਂ ਨੂੰ ਵੋਟ ਕਰਿਓ। ਐਂਡ ਜੋ ਵੀ ਤੁਹਾਨੂੰ ਕੈਂਡੀਡੇਟ ਚੰਗਾ ਲੱਗੇ, ਜ਼ਰੂਰ ਜਾ ਕੇ ਵੋਟ ਜ਼ਰੂਰ ਕਰਿਓ, ਤਾਂ ਜੋ ਤੁਹਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਕਾਊਂਟ ਹੋਵੇ ਐਂਡ ਸਰਕਾਰਾਂ ਤੱਕ ਤੁਹਾਡੀ ਆਵਾਜ਼ ਪਹੁੰਚੇ ਕਿ ਬਿਲਕੁਲ ਇਹ ਵੀ ਲੋਕ ਇੱਥੇ ਵਸਦੇ ਨੇ। ਜੇਕਰ ਤੁਸੀਂ ਵੋਟ ਕਰੋਗੇ ਤਾਂ ਹੀ ਤੁਹਾਡੀ ਬਿਹਤਰੀ ਲਈ ਹੋਰ ਅੱਛੇ ਕੰਮ ਹੋਣਗੇ। ਕ੍ਰਿਤਿਕਾ, ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।